ਨਾਲ ਇੱਥੇ ਮੌਜੂਦ ਨੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ। ਲਖੀਮਪੁਰ ਖੀਰੀ ਦੀ ਘਟਨਾ ਨੂੰ ਲੈ ਕੇ ਇੱਥੇ ਅਰਦਾਸ ਕੀਤੀ ਗਈ ਤੇ ਇਹ ਪਿੰਡ ਹੈਗਾ ਆ ਕਾਲਾ ਸੰਗੀਆਂ, ਜਿੱਥੇ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਹੋਈ ਹੈ। ਸੋ ਸਭ ਤੋਂ ਪਹਿਲਾਂ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ। ਸਿੰਘ ਸਾਹਿਬ ਜੀ, ਲਖੀਮਪੁਰ ਖੀਰੀ ਘਟਨਾ ਦੇ ਵਿੱਚ ਅਜੇ ਸ਼ਰਮਾ ਅਜੇ ਤੱਕ ਗ੍ਰਿਫਤਾਰ ਨਹੀਂ ਹੋਇਆ, ਹਾਲਾਂਕਿ ਉਹ ਗ੍ਰਹਿ ਮੰਤਰੀ ਦੇ ਨਾਲ ਨਜ਼ਰ ਆਉਂਦਾ ਹੈ। ਔਰ ਕੀ ਲੱਗਦਾ ਹੈ ਕਿ ਜਿਹੜੇ ਜਾਂਚ ਅਧਿਕਾਰੀ ਵੀ ਬਦਲ ਦਿੱਤੇ ਗਏ ਨੇ, ਇਨਸਾਫ ਮਿਲ ਸਕੇਗਾ? ਦੇਖੋ, ਇਹ ਤੇ ਸਮਾਂ ਆਉਣ ਤੋਂ ਬਾਅਦ ਹੀ ਪਤਾ ਲੱਗਦਾ ਹੁੰਦਾ, ਜਦੋਂ ਚਾਰਜ ਸ਼ੀਟ ਦਾਖਲ ਹੋਵੇ ਉਹਦੇ ਵਿੱਚ ਕੀ ਉਹਨਾਂ ਨੇ ਪ੍ਰੂਫ ਦਿੱਤਾ ਹੈ, ਕੀ ਉਹਨਾਂ ਨੇ ਲੁਕੋਇਆ, ਕਿਹੜਾ ਪ੍ਰੂਫ ਖਤਮ ਕੀਤਾ ਹੈ, ਕਿਹੜਾ ਉਹਨਾਂ ਨੇ ਕਿਤਨਾ ਬਚਾਇਆ, ਉਹਦੇ ਤੋਂ ਉਹ ਚਾਰਜ ਸ਼ੀਟ ਤੋਂ ਪਤਾ ਲੱਗਦਾ। ਤੋ ਚੰਗੀ ਗੱਲ ਇਹ ਆ ਕਿ ਜਿਹੜੀ ਆਪੋਜੀਸ਼ਨ ਆ ਸਾਰੇ ਦੇਸ਼ ਦੀ, ਉਹ ਉਹਨਾਂ ਨੇ ਸਪੋਰਟ ਕੀਤੀ ਆ। ਉਹਨਾਂ ਦੀ ਵਜ੍ਹਾ ਨਾਲ ਕੁਛ ਨਾ ਕੁਛ ਉੱਥੇ ਦਬਾਅ ਪਿਆ ਸਰਕਾਰ ਤੇ ਉਹਨਾਂ ਨੇ ਕੋਈ ਕੇਸ ਦਰਜ ਕੀਤਾ ਜਾਂ FIR ਦਰਜ ਕੀਤੀ, ਵਰਨਾ ਮੈਨੂੰ ਨਹੀਂ ਲੱਗਦਾ ਉਹ ਵੀ ਹੁੰਦੀ। ਬਲਕਿ ਕਿਸਾਨਾਂ ਤੇ ਹੀ ਜ਼ੁਲਮ ਢਾਉਂਦੇ ਤੇ ਇਹਨਾਂ ਦੇ ਖਿਲਾਫ ਹੀ FIR ਦਰਜ ਕਰਦੇ ਕਿ ਤੁਸੀਂ ਤੇ ਮਿਨਿਸਟਰ ਦਾ ਰਾਹ ਰੋਕਿਆ। 400 ਸਾਲਾ ਸ਼ਤਾਬਦੀ ਮਨਾਈ ਗਈ ਹੈ। ਖਡੂਰ ਸਾਹਿਬ ਵਾਲੇ ਬਾਬਾ ਜੀ ਤੇ ਹੋਰ ਕਾਰ ਸੇਵਾ ਵਾਲੇ ਬਾਬਾ ਜੀ ਨੇ ਗਵਾਲੀਅਰ ਤੋਂ ਸ਼ਤਾਬਦੀ ਆਈ ਹੈ ਬੰਦੀ ਛੋੜ ਦਿਵਸ ਦੀ, ਪਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਦੇ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਕੀ ਕਾਰਨ ਰਿਹਾ ਕਿ 400 ਸਾਲਾ ਸ਼ਤਾਬਦੀ ਨੂੰ ਬਿਲਕੁਲ ਸਹਿਜੇ ਜਿਹੇ ਹੀ ਲੈ ਲਿਆ ਗਿਆ? ਕੱਲੀ 400 ਸਾਲਾ ਸ਼ਤਾਬਦੀ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਨਹੀਂ, ਤੀਸਰੀ ਸ਼ਤਾਬਦੀ ਤੋਂ ਲੈ ਲਓ, 99 ਤੋਂ, ਪੰਜਵੇਂ ਪਾਤਸ਼ਾਹ ਦੀ ਸ਼ਤਾਬਦੀ, ਗੁਰੂ ਅੰਗਦ ਦੇਵ ਜੀ ਦੀ 500 ਸਾਲਾ ਸ਼ਤਾਬਦੀ, ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀ ਸ਼ਤਾਬਦੀ, ਗੁਰੂ ਗ੍ਰੰਥ ਸਾਹਿਬ ਦੇ ਸਥਾਪਨਾ ਦਿਵਸ ਦੀ ਸ਼ਤਾਬਦੀ, ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹਾਦਤ ਦੀ, ਉਹਦੇ ਕਾਰਨਾਮੇ ਦੀ ਸ਼ਤਾਬਦੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਸ਼ਤਾਬਦੀ। ਇਹ ਅੱਧੀ ਦਰਜਨ ਤੋਂ ਵੱਧ ਸ਼ਹਾਦਤਾਂ ਜਿਹੜੀਆਂ ਦੀ ਜਿਹੜੀ ਸ਼ਤਾਬਦੀ ਹੈ ਇਹ ਹੋ ਚੁੱਕੀ ਹੈ। 350 ਸਾਲਾ ਗੁਰੂ ਨਾਨਕ ਦੇਵ ਜੀ ਦੀ, 350 ਸਾਲਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ, ਇਹ ਹੋ ਚੁੱਕੀਆਂ ਨੇ। ਕੀ ਉਹ ਬਣਾਈਆਂ ਗਈਆਂ? ਉਹਨਾਂ ਤੇ ਕੌਮ ਨੂੰ ਕੁਛ ਮਿਲਿਆ? ਕੋਈ ਪ੍ਰੋਗਰਾਮ ਮਿਲਿਆ ਤੇ ਇੱਕ 12 ਕਰੋੜ ਦਾ ਸ਼ਾਮਾਨਾ ਲੱਗਾ ਸੀ, 12 ਕਰੋੜ ਦਾ ਬਿੱਲ ਬਾਦਲ ਪਰਿਵਾਰ ਲੈ ਗਿਆ। ਆਹ ਕੁਛ ਹੋਇਆ। ਮਨਾਈ ਕਿਹੜੀ ਗਈ ਇਹ ਦੱਸੋ? ਇਹ ਤੇ ਧੰਨਵਾਦ ਬਾਬਿਆਂ ਦਾ ਜਿਨ੍ਹਾਂ ਨੇ ਆਪਣੇ ਲੈਵਲ ਤੇ ਉੱਥੇ ਗਵਾਲੀਅਰ ਦੇ ਸੰਗਤਾਂ ਦੇ ਵਿੱਚ ਜਦੋਂ ਇੱਥੇ ਪਹੁੰਚਦੀ ਹੈ ਤਾਂ ਉਦੋਂ ਵੀ ਕਿਤੇ ਨਾ ਕਿਤੇ ਕੋਈ ਪ੍ਰਬੰਧ ਜਿਹੜਾ ਉਹ ਨਜ਼ਰ ਨਹੀਂ ਆਉਂਦਾ। ਈਵਨ ਕਿ ਮੈਟ ਜਿਹੜੇ ਨੇ ਉਹ ਵੀ ਉਦੋਂ ਹੀ ਵਿਛਾਏ ਜਾ ਰਹੇ ਨੇ ਜਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਲੈ ਕੇ ਜਾਇਆ ਜਾਂਦਾ। ਇਹਨਾਂ ਦਾ ਇੰਟਰਸਟ ਜਿਹੜਾ ਨਾ ਉਹ ਹੈਗਾ ਕਿ ਅਸੀਂ ਜ਼ਮੀਨਾਂ ਕਿਵੇਂ ਤਬਾਦਲੇ ਕਰਕੇ ਤੇ ਪੈਸੇ ਖਾਣੇ ਨੇ। ਇੱਕ ਜ਼ਮੀਨ ਹੈਗੀ ਆ ਉਹ 5 ਲੱਖ ਦਾ ਕਿੱਲਾ, ਇੱਕ ਜ਼ਮੀਨ ਹੈਗੀ ਆ 10,000 ਰੁਪਏ ਨੂੰ ਗਾਜਿਆ ਗੁਰੂ ਘਰ ਦੀ, ਉਹਨੂੰ ਉਸ ਜ਼ਮੀਨ ਨਾਲ ਬਦਲ ਕੇ ਨੋਟ ਕਿਵੇਂ ਖਿੱਚਣੇ ਆ, ਇਹਦਾ ਪਤਾ ਇਹਨਾਂ ਨੂੰ। ਕਿਹੜੀ ਜ਼ਮੀਨ ਲੀਜ਼ 'ਤੇ ਲੈ ਕੇ ਆਪ ਤੇ ਉੱਥੇ ਅਕੈਡਮੀ ਬਣਾਉਣੀ ਆ, ਆਪਣੇ ਨਾਂ ਦਾ ਟਰਸਟ ਬਣਾਉਣਾ ਹੈ, ਪੈਸਾ ਗੁਰੂ ਘਰ ਦਾ, ਜ਼ਮੀਨ ਗੁਰੂ ਘਰ ਦੀ, ਖਾਣਾ ਆਪ ਆ, ਇਹਨਾਂ ਨੂੰ ਇਹ ਪਤਾ ਹੈ। ਸਿੱਖ ਦੀ ਸ਼ਰਧਾ ਕੀ ਆ, ਯਾਤਰੂ ਦੀ ਸਹੂਲਤ ਕੀ ਆ, ਗੁਰੂ ਘਰ ਦਾ ਨਿਜ਼ਾਮ ਕੀ ਆ, ਸਾਡੀ ਗੁਰਮਤ ਕੀ ਆ, ਇਹਦਾ ਇਹਨਾਂ ਨੂੰ ਨਾ ਗਿਆਨ ਹੈਗਾ ਤੇ ਨਾ ਉਹਨਾਂ ਨੂੰ ਸ਼ੌਕ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰਮੁਖੀ ਲਿਪੀ ਦੇ ਵਿੱਚ ਹੈ ਤੇ ਜਦੋਂ ਪੰਜਾਬੀ ਬੋਲੀ ਨੂੰ CBSE ਬੋਰਡ ਦੇ ਵਿੱਚ ਵਾਧੂ ਵਿਸ਼ਿਆਂ ਦੇ ਵਿੱਚ ਕਰ ਦਿੱਤਾ ਗਿਆ ਜਾਂ ਚੋਣਵੇਂ ਵਿਸ਼ਿਆਂ ਦੇ ਵਿੱਚ ਕਰ ਦਿੱਤਾ ਗਿਆ ਆ, ਮੁੱਖ ਵਿਸ਼ਿਆਂ ਦੇ ਵਿੱਚੋਂ ਸੂਚੀ ਵਿੱਚੋਂ ਕੱਢ ਕੇ, ਕੀ ਲੱਗਦਾ ਹੈ ਕਿ ਇਹਦੇ ਲਈ SGPC ਨੂੰ ਕੋਈ ਸਵਾਲ ਜਵਾਬ ਕਰਨਾ ਚਾਹੀਦਾ ਸੀ ਜਾਂ ਨਹੀਂ, ਜਾਂ ਜਥੇਦਾਰ ਸਾਹਿਬ ਨੂੰ ਇਹਦੇ ਤੇ ਕੋਈ ਐਕਸ਼ਨ ਲੈਣਾ ਚਾਹੀਦਾ ਸੀ ਜਾਂ ਨਹੀਂ? ਕਿਉਂਕਿ ਜੇ ਅਸੀਂ ਗੁਰਮੁਖੀ ਦੇ ਵਿੱਚੋਂ ਬਾਹਰ ਨਿਕਲ ਜਾਂਦੇ ਹਾਂ, ਉਸ ਨੂੰ ਭੁੱਲ ਜਾਂਦੇ ਹਾਂ, ਤਾਂ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਪੜ੍ਹਨਾ ਇੰਪੋਸੀਬਲ ਹੋ ਜਾਂਦਾ। ਇੱਕ ਤਾਂ ਸਾਡੇ ਪੁਰਾਤਨ ਗ੍ਰੰਥ ਲਿਖੇ ਨੇ ਜਿਹੜੇ ਪੁਰਾਤਨ ਸਿੱਖਾਂ ਨੇ, ਜਿਨ੍ਹਾਂ ਨੇ ਤੇਗ ਵਾਹੀ ਦੇਗ ਚਲਾਈ, ਦੇਖ ਕੇ ਡਿੱਠ ਕੀਤਾ, ਅਰਦਾਸ ਕਰਦੇ ਆ। ਜੰਗਾਂ ਯੁੱਧਾਂ ਦੇ ਵਿੱਚ ਤੇਗ ਵੀ ਚਲਾਈ, ਲੰਗਰ ਵੀ ਚਲਾਏ ਤੇ ਕਲਮਾਂ ਬਣਾਈਆਂ ਤੇ ਸ਼ਹੀਆਂ ਬਣਾਈਆਂ ਤੇ ਗੁਰੂ ਮਹਾਰਾਜ ਦੀਆਂ ਬੀੜਾਂ ਹੱਥ ਨਾਲ ਲਿਖੀਆਂ। ਇੱਕ ਨਹੀਂ ਬਾਬਾ ਹਰਦਾਸ ਜੀ ਨੇ ਜਿਹੜੇ ਸ਼ਹੀਦ ਹੋਏ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ, ਉਹਨਾਂ ਨੇ ਸੁਨਹਿਰੀ ਬੀੜ ਲਿਖੀ। ਉਹਨਾਂ ਨੂੰ ਬਾਬਾ ਹਰਦਾਸ ਵਾਲੀ ਪੋਥੀ ਕਿਹਾ ਜਾਂਦਾ, ਸੁਨਹਿਰੀ ਪੋਥੀ। ਉਹ ਅੱਜ ਹੈ ਨਹੀਂ, ਲੱਭਦੀ ਨਹੀਂ। ਇਹ 500 ਤੋਂ ਜ਼ਿਆਦਾ ਸਰੂਪ ਸੀਗੇ, 28 ਹੁਕਮਨਾਮੇ ਗੁਰੂ ਸਾਹਿਬ ਜੀ ਦੇ ਹੱਥ ਲਿਖਤ ਅਸਲ, 2 ਦਸਮ ਗ੍ਰੰਥ ਅਸਲ, 2 ਜਨਮ ਸਾਖੀਆਂ ਅਸਲ। ਇਹ CBI ਲੈ ਕੇ ਗਈ ਸੀ 84 'ਚ।
ਉਹਨਾਂ ਨੇ ਉੱਥੇ ਉਹਨਾਂ ਨੂੰ ਵਾਚ ਕੇ ਦੇਖ ਕੇ ਕਿ ਇਹ ਪ੍ਰਾਤਨ ਗ੍ਰੰਥ ਨੇ, ਇਹਨਾਂ ਦੇ ਡਾਕੂਮੈਂਟ ਨੇ ਕੌਮ ਦੇ, ਜੀ ਤੇ ਉਹਨਾਂ ਨੇ ਉਸੇ ਤਰ੍ਹਾਂ ਲਿਸਟਾਂ ਬਣਾ ਕੇ ਤੇ ਉਹਨਾਂ ਨੂੰ ਪੈਕ ਕਰਕੇ ਤੇ ਇਹਨਾਂ ਨੂੰ 90 ਤੋਂ ਪਹਿਲਾਂ 3 ਕਿਸ਼ਤਾਂ 'ਚ ਕਮੇਟੀ ਨੂੰ ਸੌਂਪਤਾ। ਜੀ ਜਿਨ੍ਹਾਂ ਨੂੰ ਸੌਂਪਿਆ ਉਹਨਾਂ ਕੋਲ ਉਹਨਾਂ ਦੇ ਰਸੀਵ ਦੇ ਸਾਈਨ ਨੇ, ਜੀ ਅਖਬਾਰਾਂ ਦੀਆਂ ਫੋਟੋਆਂ ਨੇ। ਫਿਰ ਇਹ ਲਾਇਬ੍ਰੇਰੀ ਦੇ ਵਿੱਚ ਸ਼ੁਸ਼ੋਭਿਤ ਹੋਇਆ ਸਾਰਾ ਕੁਝ। ਉੱਥੇ ਇੰਦਰਾਜ ਦਰਜ ਨੇ ਉਹਦੇ ਵਿੱਚ ਰਜਿਸਟਰ ਦੇ ਵਿੱਚ ਕਿ ਇੰਨੀਆਂ ਬੀੜਾਂ ਹੱਥ ਲਿਖਤ ਦਾ 2 ਦਸਮ ਗ੍ਰੰਥ 28 ਹੁਕਮਨਾਮੇ ਅਸੀਂ ਹਾਸਲ ਕੀਤੇ। ਉਹ ਇੱਥੇ ਇਸ ਅਲਮਾਰੀ 'ਚ ਨੇ, ਉਹ ਅਲਮਾਰੀਆਂ 'ਚ ਖਾਲੀ ਨੇ, ਅੰਦਰਾਜ ਦਰਜ ਨੇ। ਉਹ ਸਾਰੇ ਦੇ ਸਾਰੇ ਸਰੂਪ ਕਿੱਥੇ ਗਏ ਉਹ ਤੇ ਕਮੇਟੀ ਦੱਸ ਨਹੀਂ ਰਹੀ। ਸਾਡੀ ਪੰਜਾਬੀ ਕਿਵੇਂ ਬਚਾਊਗੀ? ਉਹ ਸਰੂਪ ਅੱਜ ਕਿੱਥੇ ਗਏ? ਕੋਈ ਚੋਰੀ ਹੋਵੇ ਤੇ 1 ਜਾਂ 2 ਜਾਂ 10 ਹੋ ਸਕਦੇ ਆ। ਸਾਰੇ ਸਰੂਪ ਕਿੱਥੇ ਗਏ? ਸਾਰੇ ਹੁਕਮਨਾਮੇ ਕਿੱਥੇ ਗਏ? 2 ਜਨਮ ਸਾਖੀਆਂ ਅਸਲ ਕਿੱਥੇ ਗਈਆਂ? 2 ਦਸਮ ਗ੍ਰੰਥ ਕਿੱਥੇ ਗਏ? ਇਹ ਮੈਂ ਵੀ ਰੌਲਾ ਪਾ ਰਿਹਾ ਤੇ ਹਾਈ ਕੋਰਟ ਤੇ ਤਕਰੀਬਨ 2008 ਤੋਂ ਪੁੱਛ ਰਿਹਾ। ਸਾਹਿਬ ਜੀ ਤੁਸੀਂ ਵੀ ਉੱਥੇ ਦਰਬਾਰ ਸਾਹਿਬ ਦੇ ਸਾਹਮਣੇ ਗਏ ਸੀਗੇ, ਉਦੋਂ ਜਥੇਦਾਰ ਸਾਹਿਬ ਬਾਹਰ ਨਹੀਂ ਆਏ ਤਾਂ ਤੁਹਾਡੇ ਵੱਲੋਂ ਐਲਾਨ ਵੀ ਕੀਤਾ ਗਿਆ ਸੀਗਾ। ਉਸ ਤੋਂ ਬਾਅਦ ਕੀ ਕਾਰਨ ਰਿਹਾ ਕਿ ਫਿਰ ਉਸ ਤੋਂ ਬਾਅਦ ਇਹ ਸੰਘਰਸ਼ ਮੱਠਾ ਕਿਉਂ ਪੈ ਗਿਆ? ਨਹੀਂ, ਮੱਠਾ ਨਹੀਂ ਪਿਆ। ਅਸੀਂ ਤੁਹਾਡੇ ਕੋਲ ਵੀ ਅੱਜ ਗੱਲ ਕੀਤੀ ਆ, ਕੱਲ ਕਿਤੇ ਹੋਰ ਕੀਤੀ ਸੀ, ਉਸ ਤੋਂ ਪਹਿਲਾਂ ਇੱਕ ਦਿਨ ਹੋਰ ਕੀਤੀ ਆ। ਤੁਸੀਂ ਮੇਰੀ ਫੇਸਬੁੱਕ ਤੇ ਜਾਓ, ਤੁਹਾਨੂੰ ਡਿਟੇਲ ਮਿਲੂਗੀ। ਡਿਟੇਲ ਮਿਲੂਗੀ। ਅਜੇ 1 ਤਰੀਕ ਨੂੰ ਮੈਂ ਇੱਕ ਸਟੇਜ ਤੋਂ ਕਿਹਾ ਸਿੱਖ ਸੰਗਤ ਨੂੰ ਕਿ ਇਹ ਸਾਨੂੰ ਸਮਾਨ ਮਿਲਣਾ ਜ਼ਰੂਰੀ ਆ। ਜੇ ਇਹ ਨਹੀਂ ਮਿਲਿਆ ਤੇ ਅਸੀਂ ਛਾਪੇ ਦੀਆਂ ਬੀੜਾਂ ਨੂੰ ਦਰੁਸਤ ਨਹੀਂ ਕਰ ਸਕਦੇ। ਉਸ ਦਿਨ ਤੁਹਾਡਾ ਐਲਾਨ ਸੀ ਕਿ ਜਥੇਦਾਰ ਸਾਹਿਬ ਜਵਾਬ ਦੇਣ, ਜਵਾਬ ਕੋਈ ਵੀ ਨਹੀਂ ਆਉਂਦਾ। ਫਿਰ ਕਾਰਨ, ਫਿਰ ਤੁਸੀਂ ਉੱਥੋਂ ਉੱਠ ਕੇ ਆ ਗਏ, ਕੀ ਕਾਰਨ ਰਿਹਾ? ਕਿ ਕੋਈ ਗੱਲਬਾਤ ਹੋਈ ਤੁਹਾਡੀ? ਉੱਥੇ ਬੈਠੇ ਰਹਿਣ ਦਾ ਵੀ ਮੇਰਾ ਐਲਾਨ ਨਹੀਂ ਸੀ, ਕੋਈ ਬੈਠੇ ਰਹਿਣਾ ਉੱਥੇ ਮੇਰਾ ਐਲਾਨ ਨਹੀਂ। ਮੈਂ ਤੇ ਉਹਨਾਂ ਨੂੰ ਕਿਹਾ ਮੈਂ 4 ਘੰਟੇ ਬੈਠੂੰਗਾ, ਤੁਹਾਡੀ ਵੇਟ ਕਰੂੰਗਾ, ਤੁਸੀਂ ਮੈਨੂੰ ਜਵਾਬ ਦਿਓ, ਸੰਗਤ ਨੂੰ ਜਵਾਬ ਦਿਓ। ਤੇ ਅਸੀਂ ਬਾਈ ਰਿਕੁਐਸਟ ਵੀ ਬੁਲਾਉਂਦੇ ਰਹੇ ਕਿ ਅਸੀਂ ਇੱਜ਼ਤ ਕਰਾਂਗੇ, ਪਰ ਨਹੀਂ ਆਏ। ਉਹ ਅੱਜ ਤੱਕ ਵੀ ਨਹੀਂ ਆਏ, ਉਹ ਆ ਵੀ ਨਹੀਂ ਸਕਦੇ ਕਿਉਂਕਿ ਉਹ ਕਿਹਦਾ ਨਾਂ ਲੈਣਗੇ ਕਿ ਉਹਨੇ ਗਾਇਬ ਕਰਤੇ। ਜੇ ਕਿਸੇ ਦਾ ਨਾਂ ਲੈਂਦੇ ਨੇ ਤੇ ਇਹਨਾਂ ਦੀ ਰੋਜੀ ਰੋਟੀ ਜਾਂਦੀ ਆ। ਉੱਥੇ ਤਕਰੀਬਨ 3 ਦਰਜਨ ਦੇ ਕਰੀਬ ਸਕੱਤਰ ਨੇ ਜਿਹੜੇ ਲੱਖ ਰੁਪਈਆ ਤਨਖਾਹ ਲੈਂਦੇ ਨੇ, ਲੱਖ ਰੁਪਈਆ ਤਨਖਾਹ। ਅਨੋਵਾ ਗੱਡੀ, ਡਰਾਈਵਰ, ਲਾਂਗਰੀ, ਸੇਵਾਦਾਰ, ਕੋਠੀ। ਉਹ 36 ਜਿਹੜੇ ਸੈਕਟਰੀ ਨੇ ਉਹਨਾਂ ਦੀ ਡਿਊਟੀ ਨਹੀਂ ਬਣਦੀ ਉਹ ਦੱਸਣ ਬੀੜਾਂ ਕਿੱਥੇ ਗਈਆਂ। ਜਿਹੜਾ ਪ੍ਰਧਾਨ ਬਣਦਾ ਉਹਦੀ ਡਿਊਟੀ ਨਹੀਂ ਬਣਦੀ ਉਹ ਦੱਸੇ ਕਿੱਥੇ ਗਈਆਂ। ਅੱਜ ਹਾਈ ਕੋਰਟ, ਪੰਜਾਬ ਹਰਿਆਣਾ ਹਾਈ ਕੋਰਟ ਪੁੱਛ ਰਿਹਾ ਕਿ ਇਹ ਸਮਾਨ ਕਿੱਥੇ ਗਿਆ, ਤੇ ਪ੍ਰਧਾਨ ਕਹਿ ਰਿਹਾ ਅਸੀਂ ਕਮੇਟੀ ਬਣਾਤੀ ਆ। ਉਹ ਲੱਭ ਰਹੇ ਨੇ। 2019 ਚ ਬਿਆਨ ਦਿੱਤਾ, ਪੰਜਾਬ ਹਰਿਆਣਾ ਹਾਈ ਕੋਰਟ ਐਫੀਡੇਵਿਟ ਦਿੱਤਾ ਕਿ ਸਾਨੂੰ 200 ਬੀੜਾਂ ਮਿਲ ਗਈਆਂ ਨੇ ਤੇ ਕੁਝ ਹੋਰ ਸਮਾਨ ਮਿਲ ਗਿਆ ਤੇ ਬਾਕੀ ਅਸੀਂ ਲੱਭ ਰਹੇ ਹਾਂ। ਨਹੀਂ, ਉਹ ਸਾਨੂੰ ਮਿਲ ਨਹੀਂ ਰਿਹਾ ਤੇ ਉਸ ਲਈ ਅਸੀਂ ਬਣਾਈ ਆ। ਹੁਣ ਹਰ ਸਾਲ ਪ੍ਰਧਾਨ ਬਦਲ ਜਾਂਦਾ, ਹਰ ਸਾਲ ਹੀ ਉਹਨਾਂ ਦੀ ਕਮੇਟੀ ਬਦਲ ਜਾਂਦੀ, ਹਰ ਸਾਲ ਹੀ ਐਫੀਡੇਵਿਟ ਬਦਲ ਜਾਂਦਾ। ਤੋਂ ਮੇਰਾ 1 ਤਰੀਕ ਨੂੰ ਵੀ ਇਹ ਕਹਿਣਾ ਸੀਗਾ ਕਿ ਇਹ ਜਦੋਂ ਕੱਲ ਨੂੰ ਪਹਿਲਾ ਪ੍ਰਧਾਨ ਮਰ ਗਿਆ ਮੱਕੜ, ਤੁਸੀਂ ਮੱਕੜ ਤੇ ਬਹੁਤ ਕੁਝ ਸੁੱਟ ਦਿੱਤਾ ਕਿ ਮੱਕੜ ਨੂੰ ਪਤਾ। ਹੁਣ ਬਾਅਦ 'ਚ ਅੱਜ ਦਾ ਪ੍ਰਧਾਨ ਮਰੂਗਾ, ਇਹ ਉਹ ਤੇ ਸੁੱਟ ਦੇਣਗੇ ਜੀ ਉਹਨੂੰ ਪਤਾ, ਸਾਨੂੰ ਨਹੀਂ ਪਤਾ। ਪਰ ਸਾਨੂੰ ਬਾਦਲ ਮਰ ਜਾਊਗਾ, ਅਸੀਂ ਇਹ ਖਜ਼ਾਨਾ ਕਿੱਥੋਂ ਲਵਾਂਗੇ? ਇੱਕ ਬੜੀ ਵੱਡੀ ਗੱਲ ਆ। 1984 ਵਾਲੀ ਗੱਲ ਕਰਨ ਤੋਂ ਪਹਿਲਾਂ ਮੈਂ ਗੱਲ ਕਰੂੰਗੀ ਕਿ ਸ਼੍ਰੀ ਦਰਬਾਰ ਸਾਹਿਬ ਦੀ ਕੰਪਲੈਕਸ ਦੇ ਵਿੱਚ, ਪਰਿਕਰਮਾ ਦੇ ਵਿੱਚ ਜਦੋਂ ਅਸੀਂ ਪੁਰਾਣਾ ਨਕਸ਼ਾ ਦੇਖਦੇ, ਮੈਪ ਦੇਖਦੇ ਹਾਂ ਤਾਂ ਬਹੁਤ ਰੁੱਖ ਦਿਖਾਈ ਦਿੰਦੇ ਨੇ। ਅੱਜ ਸਿਰਫ ਸੰਗਮਰਮਰ ਲੱਗਿਆ ਹੋਇਆ, ਸਿਰਫ 2 ਜਾਂ 3 ਬੇਰੀਆਂ ਜਿਹੜੀਆਂ ਉੱਥੇ ਮੌਜੂਦ ਨੇ ਤੇ 1 ਇਮਲੀ ਦਾ ਬੂਟਾ ਹੈ। ਕੀ ਲੱਗਦਾ ਹੈ ਕਿ ਉੱਥੇ ਫਿਰ ਤੋਂ ਉਹ ਪੁਰਾਤਨਤਾ ਲਿਆਉਣ ਦੇ ਲਈ ਉਹ ਰੁੱਖ ਲਾਉਣੇ ਚਾਹੀਦੇ ਨੇ ਜਾਂ ਸਿਰਫ ਗਮਲੇ ਹੀ ਕਾਫੀ ਨੇ? ਨਹੀਂ, ਉਹ ਨਾ ਅਸਲ 'ਚ ਜਿਹੜੀ ਤੁਸੀਂ ਗੱਲ ਕਰਦੇ ਹੋ ਇਹ 1901 ਦੇ ਆਸ-ਪਾਸ ਸੀ। ਪ੍ਰਦਖਣਾ ਕੱਚੀ ਸੀ, ਰੁੱਖ ਲੱਗੇ ਸੀ ਤੇ ਸ਼ਹਿਰ ਦਾ ਲੇਬਲ ਹੀ ਇਹ ਸੀ ਪ੍ਰਦਖਣਾ। ਪਰ ਉਹਦੇ ਸਾਈਡਾਂ ਤੇ ਜਿੰਨਾ ਅੱਜ ਭਰਤ ਪੈ ਗਿਆ, 12-12 ਫੁੱਟ ਉੱਚੇ ਹੋ ਗਏ, ਜਿਹੜਾ ਕਹਿੰਦੇ ਨੇ ਭੋਰੇ ਨਿਕਲੇ, ਭੋਰੇ ਨਹੀਂ ਗਏ, ਇਹ ਮਕਾਨ ਹੀ ਉਸ ਲੈਵਲ ਤੇ ਬਣੇ ਨੇ। ਤੋ ਇਹ ਜਿਹੜਾ ਪ੍ਰਦਖਣਾ ਜਿਹੜੀ ਆ ਤਰਨਤਾਰਨ ਸਾਹਿਬ ਦੀ, ਉਹ 'ਚ ਤੇ ਅੰਬ ਲੱਗੇ ਮੈਂ ਵੇਖੇ ਨੇ। ਮੈਂ ਜਦੋਂ ਮੱਸਿਆ ਨਹਾਉਣ ਜਾਂਦਾ ਸੀ ਰਾਤ ਨੂੰ, ਚੌਦਿਆਂ ਵਾਲੀ ਰਾਤ, ਤੇ ਉਹਦੇ ਵਿੱਚ ਉਦੋਂ ਇਹ ਇਲਜ਼ਾਮ ਸੀ ਚਮਗਿੱਦੜ ਬਹੁਤ ਨੇ, ਵਿਠਾਂ ਬਹੁਤ ਕਰਦੇ ਨੇ, ਪ੍ਰਦਖਣਾ 'ਚ ਗੰਦ ਪੈਂਦਾ, ਤੇ ਉਦੋਂ ਪੁੱਟ ਦਿੱਤੇ ਸੀ ਇਹਨਾਂ ਨੇ। ਗੱਲ ਅੱਜ ਸਿਰਫ ਸੰਖਮਰਮਰ ਦੀ ਜਾਂ ਰੁੱਖਾਂ ਦੀ ਨਹੀਂ ਰਹੇਗੀ। ਸਾਨੂੰ ਤੇ ਇੰਨਾ ਸ਼ੁਕਰ ਹੈ ਦੁੱਖ ਭੰਜਣੀ ਬੇਰੀ ਬਚੀ ਆ, ਬਾਬਾ ਬੁੱਢੇ ਦੀ ਬੇਰ ਬਚੀ ਆ, ਲਾਚੀ ਬੇਰ ਬਚੀ ਆ। ਇਹ ਸਾਡੀ ਹਿਸਟਰੀ ਆ, ਇਹ ਸਾਡੀ ਹਿਸਟਰੀ ਖਤਮ ਨਹੀਂ ਹੋਣੀ ਚਾਹੀਦੀ। ਸਾਡੀ ਹਿਸਟਰੀ ਖਤਮ ਹੋ ਰਹੀ ਆ ਤੇ ਕਰਵਾਉਣ ਡਈ ਆ ਕਮੇਟੀ।
ਪ੍ਰਬੰਧਕ ਕਮੇਟੀ ਸਾਡੀ ਜਿੰਦ ਜਾਨ, ਸਾਡਾ ਬੇਸ, ਉਹ ਜਿਹੜੇ ਪ੍ਰਾਤਨ ਗ੍ਰੰਥ ਨੇ ਉਹ ਦੇ ਬੈਠੀ ਕਿਸੇ ਨੂੰ, ਤੇ ਦੱਸ ਨਹੀਂ ਰਹੀ ਪ੍ਰਧਾਨ ਜਿਹੜੀ ਗੁਰਦੁਆਰੇ ਦੀ ਤੇ ਇਹ ਸਕੱਤਰ ਵੀ ਉਹ ਕਿਹਨੂੰ ਦਿੱਤੇ ਆ ਤੇ ਕਿਹੜੇ ਹੁਕਮ ਨਾਲ ਦਿੱਤੇ ਗਏ ਨੇ ਤੇ ਕਿਉਂ ਦਿੱਤੇ ਗਏ ਨੇ। 50 ਕਿਲੋਮੀਟਰ ਦਾ ਦਾਇਰਾ ਬੀਐਸਐਫ ਦਾ ਪੰਜਾਬ 'ਚ ਛੱਡ ਕੇ ਬਾਕੀ ਹੋਰ ਸਟੇਟਾਂ 'ਚ ਵੀ ਵਧਾ ਦਿੱਤਾ ਗਿਆ ਹੈ, ਅਸਾਮ 'ਚ ਵੀ ਵਧਿਆ ਹੋਇਆ। ਪਰ ਜਦੋਂ ਪੰਜਾਬ ਦਾ ਇਤਿਹਾਸ ਦੇਖਦੇ ਆ ਤਾਂ 1984 ਤੋਂ ਬਾਅਦ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਬਿਨਾਂ ਕਾਰਨ ਤੋਂ ਹੀ ਪਕੜ ਕੇ ਜੇਲ੍ਹਾਂ ਵਿੱਚ ਡੱਕ ਦਿੱਤੇ ਗਏ ਜਾਂ ਮਾਰ ਦਿੱਤੇ ਗਏ। ਕੀ ਲੱਗਦਾ ਨਹੀਂ ਕਿ ਫਿਰ ਤੋਂ ਕੇਂਦਰ ਕੋਈ ਇਹੋ ਜਿਹਾ ਹੱਲਾ ਕਰ ਸਕਦੀ ਹੈ? ਦੇਖੋ ਸਾਡੀ ਨਾ, ਮੈਂ ਤੁਹਾਨੂੰ ਪਹਿਲਾਂ ਸ਼ੁਰੂ 'ਚ ਇਹ ਕਹਿ ਚੁੱਕਾ, ਸਾਡੀ ਪੰਜਾਬ ਦੀ ਲੀਡਰਸ਼ਿਪ ਜਿਹੜੀ ਕਮਜ਼ੋਰ ਨਹੀਂ, ਗਦਾਰ ਆ, ਮਿਲ ਕੇ ਚੱਲਦੀ ਹੈ, ਸੈਂਟਰ ਨਾਲ ਸੱਤਾ ਲੈ ਕੇ ਫਿਰ ਚੱਲਦੀ ਹੈ। ਤੋ ਇਹਨਾਂ ਦੀ ਗਦਾਰੀ ਕਰਕੇ ਸਾਨੂੰ ਇਹ ਪ੍ਰੋਬਲਮਾਂ ਆਉਂਦੀਆਂ ਤੇ ਆਈਆਂ ਤੇ ਆਉਂਦੀਆਂ ਰਹਿਣਗੀਆਂ। ਜਿੰਨੀ ਦੇਰ ਸਾਡੀ ਪੰਜਾਬ ਦੀ ਲੀਡਰਸ਼ਿਪ ਜਿਹੜੀ ਆ ਉਹ ਨਿਹੰਗ ਬਾਣੇ 'ਚ ਨਹੀਂ ਨਾ ਮਿਲਦੀ, ਉਨੀ ਦੇਰ ਨਹੀਂ। ਖਾਲੀ ਫੂਲਾ ਸਿੰਘ ਨਹੀਂ ਮਿਲਦੇ। ਹਾਂ, ਉਹ ਨਿਹੰਗ ਬਾਣੇ ਦਾ ਮਤਲਬ ਕਿ ਜਿਨ੍ਹਾਂ ਨੇ ਸੋਚ ਲਿਆ ਵੀ ਜੋ ਕੁਝ ਹੈ ਉਹ ਪ੍ਰਮਾਤਮਾ ਤੇਰਾ ਸ਼ੁਕਰ ਆ, ਰਾਤ ਦਾ ਪ੍ਰਸ਼ਾਦਾ ਕਿੱਥੇ, ਉਹਦੀ ਚਿੰਤਾ ਨਹੀਂ ਹੋਣੀ ਚਾਹੀਦੀ। ਤੇ ਜਦੋਂ ਹੁਣ ਇਹ ਸੋਚਣ ਵੀ ਮੇਰੇ ਪੋਤਰੇ ਕਿੱਥੋਂ ਖਾਣਗੇ, ਉਹਨਾਂ ਲਈ ਵੀ 2 ਹੋਟਲ ਬਣਾ ਦਿਆਂ, ਉਹਨਾਂ ਲਈ ਵੀ 1000 ਬੱਸ ਬਣਾ ਦਿਆਂ, ਤੇ ਫਿਰ ਇਹ ਗਦਾਰੀਆਂ ਹੁੰਦੀਆਂ ਰਹਿਣਗੀਆਂ। ਐਸਜੀਪੀਸੀ ਦੀਆਂ ਵੋਟਾਂ ਨੂੰ ਲੈ ਕੇ ਕੀ ਕਹਿਣਾ ਆ? ਕਿਉਂਕਿ ਐਲਾਨਨਾਮਾ ਇਹ ਸੀਗਾ ਕਿ ਐਰਕੀ ਇਸ ਸਾਲ ਦੇ ਵਿੱਚ ਹੋ ਜਾਣੀਆਂ ਸੀਗੀਆਂ, ਪਰੰਤੂ ਆਹ ਸਾਲ ਲਗਭਗ ਬੀਤ ਚੁੱਕਿਆ ਕਰਕੇ ਨਹੀਂ ਹੋਈਆਂ। ਦਫ਼ਤਰ ਨਹੀਂ ਮਿਲਿਆ ਇਲੈਕਸ਼ਨ ਕਮਿਸ਼ਨ ਨੂੰ। ਮੈਨੂੰ ਲੱਗਦਾ ਕਿ ਜਿਹੜਾ ਪ੍ਰਮਾਤਮਾ ਨੇ ਚੱਕਰੂ ਜਿਹੜਾ ਛਾਨਣਾ ਲਾਤਾ, ਹੁਣ ਇਹਦੇ ਵਿੱਚ ਕਿਰਦੇ ਪਏ ਨੇ ਕੀੜੇ, ਜਿਨ੍ਹਾਂ ਨੂੰ ਪਏ ਨੇ ਨਾ, ਜਿਹੜੇ ਗਲੇ ਪਏ ਨੇ ਉਹ ਕਿਰਦੇ ਪਏ ਨੇ। ਤੇ ਇਹ ਛਾਨਣਾ ਜਦੋਂ ਲੱਗ ਗਿਆ 22 ਦੀਆਂ ਇਲੈਕਸ਼ਨਾਂ 'ਚ, ਜਿਹੜੀ ਨਵੀਂ ਸਰਕਾਰ ਆਊਗੀ ਉਹਦਾ ਤੇ ਸੈਂਟਰ ਸਰਕਾਰ ਦਾ ਰਾਬਤਾ ਨਹੀਂ ਹੋਊਗਾ। ਉਹਦੇ ਵਿੱਚ ਅਸੀਂ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨ ਲਈ ਤਿਆਰੀਆਂ ਕਰਨੀਆਂ ਤੇ ਵੋਟਾਂ ਬਣਾਉਣੀਆਂ। 12 ਸਾਲ ਹੋ ਚੁੱਕੇ ਨੇ। ਜਿਹੜੇ ਉਸ ਸਮੇਂ 10 ਸਾਲ ਦੇ ਸੀ ਅੱਜ ਵੋਟ ਪਾ ਸਕਦੇ ਆ, ਜਿਹੜੇ ਉਸ ਸਮੇਂ ਬਜ਼ੁਰਗ ਸੀ ਉਹ ਗੁਜ਼ਰ ਗਏ ਨੇ। ਤੇ ਨਵੀਂ ਵੋਟ ਜਦੋਂ ਬਣਨੀ ਉਹ ਘੱਟੋ ਘੱਟ 1 ਕਰੋੜ ਦੇ ਕਰੀਬ ਵੋਟ ਬਣੂਗੀ। ਤੇ ਉਹ ਵੋਟ ਜਦੋਂ ਪੋਲ ਹੋਊਗੀ ਉਦੋਂ ਇੱਥੇ ਗੁਰਮੁਖ ਆਉਣਗੇ, ਗੁਰਸਿੱਖ ਆਉਣਗੇ, ਉਦੋਂ ਧੜੇਬਾਜ਼ ਨਹੀਂ ਆਉਣਗੇ, ਉਦੋਂ ਪਾਰਟੀਆਂ ਦੇ ਲਿਆਂਦੇ ਹੋਏ ਨਹੀਂ ਲਿਆਉਣਗੇ ਜਿਹੜੇ ਖਰੀਦ ਕੇ ਵੋਟਾਂ ਲੈ ਲੈਂਦੇ ਨੇ। ਉਦੋਂ ਕੋਈ ਰਿਜ਼ਲਟ ਨਿਕਲੂਗਾ। ਉਦੋਂ ਗੁਰੂ ਮਹਾਰਾਜ ਗੁਰੂ ਰਾਮਦਾਸ ਦੇ ਦਰ ਤੇ ਚੰਗੇ ਸਿੱਖ ਜਾ ਸਕਦੇ। ਸਾਡੀ ਆਸ ਆ। ਸੋ ਆਸ ਕਾਇਮ ਰਹਿਣੀ ਚਾਹੀਦੀ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਇੱਥੇ ਜਿੱਥੇ ਲਖੀਮਪੁਰ ਖੀਰੀ ਦੇ ਮਾਮਲੇ ਦੇ ਵਿੱਚ ਇੱਥੇ ਕਿਸਾਨ ਜਥੇਬੰਦੀਆਂ ਪਹੁੰਚੀਆਂ ਨੇ, ਉੱਥੇ ਹੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਜਿਹੜੇ ਨੇ ਉਹ ਪਹੁੰਚੇ ਨੇ, ਹੋਰ ਵੀ ਨਿਹੰਗ ਸਿੰਘ ਜਿਹੜੇ ਨੇ ਇੱਥੇ ਪਹੁੰਚੇ ਨੇ। ਔਰ ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਸ਼ਹੀਦ ਹੋ ਚੁੱਕੇ ਨੇ ਕਿਸਾਨ, ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਆ ਇੱਕ ਸਮਾਗਮ ਦੇ ਰੂਪ ਵਿੱਚ ਦਿੱਤੀ ਗਈ ਹੈ। ਉਸ ਤੋਂ ਬਾਅਦ ਇੱਥੇ ਇੱਕ ਕਿਸਾਨਾਂ ਦਾ ਇਕੱਠ ਹੋਇਆ ਔਰ ਗੱਲਬਾਤ ਜਿਹੜੀ ਹੋਈ ਹੈ, ਔਰ ਬਹੁਤ ਸਾਰੇ ਮੁੱਦੇ ਨੇ ਜਿਹੜੇ ਭਾਰਤ ਦੇ ਨੇ, ਪੰਜਾਬ ਦੇ ਨੇ, ਉਹਨਾਂ ਤੇ ਗੱਲਬਾਤ ਹੋਈ ਹੈ। ਕਿਉਂਕਿ ਕਿਸਾਨ ਨੂੰ ਲਗਭਗ 12 ਮਹੀਨੇ ਹੋ ਚੁੱਕੇ ਨੇ ਬਾਰਡਰ ਤੇ ਬੈਠਿਆਂ ਹੋਇਆ, ਹੱਲ ਕਿਤੇ ਵੀ ਨਿਕਲਦਾ ਹੋਇਆ ਨਜ਼ਰ ਨਹੀਂ ਆ ਰਿਹਾ। ਜੇ ਚਾਚਾ ਅਜੀਤ ਸਿੰਘ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦਾ ਅੰਦੋਲਨ ਲਗਭਗ 9 ਮਹੀਨੇ ਚੱਲਿਆ ਸੀ। ਉਸ ਤੋਂ ਬਾਅਦ ਅੰਗਰੇਜ਼ ਸਰਕਾਰ ਚੁੱਕ ਗਈ ਸੀਗੀ, ਪਰੰਤੂ ਇਹ ਸਰਕਾਰ ਭਾਰਤ ਦੇ ਲੋਕਾਂ ਦੁਆਰਾ ਚੁਣੀ ਹੋਈ ਹੈ, ਇਹ ਵੋਟਾਂ ਪਾ ਕੇ ਚੁਣੀ ਹੋਈ ਹੈ। ਉਹ ਸਰਕਾਰ ਅਜੇ ਤੱਕ ਕਿਸੇ ਵੀ ਗੱਲ ਤੇ ਸਟੈਂਡ ਨਹੀਂ ਲੈ ਰਹੀ ਕਿ ਇਨ੍ਹਾਂ 12 ਮਹੀਨਿਆਂ ਦੇ ਦੌਰਾਨ ਆਪਣੇ ਲੋਕਾਂ ਨੂੰ ਕਿਤੇ ਰਾਹਤ ਦਿੱਤੀ ਜਾਵੇ। ਤੁਸੀਂ ਦੇਖ ਰਹੇ ਹੋ KTV UK, ਕੈਮਰਾ ਪਰਸਨ ਗੁਰਦਿਆਲ ਦੇ ਨਾਲ ਪਰਵਿੰਦਰ ਕੌਰ।